गुड मॉर्निंग स्टूडेंट्स ਅੱਜ ਦਾ ਜਿਹੜਾ ਆਪਣਾ ਟੌਪਿਕ ਹੋਏਗਾ ਉਹ ਹੋਏਗਾ ਕਾਰੋਬਾਰੀ ਜੋਖਿਮ। ਪਿਛਲੇ ਟੌਪਿਕਸ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਕਿ ਕਾਰੋਬਾਰ ਦੀਆਂ ਜਿਹੜੀਆਂ ਅਲੱਗ-ਅਲੱਗ ਉਦੇਸ਼ ਆ ਉਹ ਕਿਹੜੇ ਹੋਣਗੇ। ਆਪਾਂ ਪਹਿਲੇ ਜਿਹੜੇ ਅਲੱਗ-ਅਲੱਗ 4 ਉਦੇਸ਼ ਕੀਤੇ ਸੀਗੇ, ਠੀਕ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾ ਸੀਗਾ ਇਕਨੋਮਿਕ, ਠੀਕ ਹੈ, ਦੂਸਰਾ ਸੀਗਾ ਸੋਸ਼ਲ ਆਬਜੈਕਟਿਵ, ਠੀਕ ਹੈ, ਥਰਡ ਸੀਗਾ ਹਿਊਮਨ, ਫੋਰਥ ਸੀਗਾ ਆਪਣਾ ਕਹਿ ਸਕਦੇ ਹਾਂ ਕੌਮੀ ਨੈਸ਼ਨਲ ਆਬਜੈਕਟਿਵ। ਸੋ ਇਹ ਆਬਜੈਕਟਿਵਸ ਆਪਾਂ ਕੱਲ੍ਹ ਡਿਸਕਸ ਕੀਤੇ ਸੀ। ਹੁਣ ਇੱਥੇ ਗੱਲ ਕਰਨ ਜਾ ਰਹੇ ਹਾਂ ਬਿਜ਼ਨਸ ਰਿਸਕ ਦੀ, ਕਾਰੋਬਾਰੀ ਜੋਖਿਮ। ਵੀ ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਕਾਰੋਬਾਰ ਚਲਾਇਆ ਜਾ ਰਿਹਾ ਤਾਂ ਉਹਦੇ ਲਈ ਆਪਾਂ ਨੂੰ ਕਿਹੜੇ ਰਿਸਕ ਹੁੰਦੇ ਆ, ਜੋਖਿਮ ਹੁੰਦੇ ਆ, ਵੀ ਅਸੀਂ ਕਾਰੋਬਾਰ ਚਲਾ ਰਹੇ ਹਾਂ, ਸਾਨੂੰ ਕੀ ਨੁਕਸਾਨ ਹੋ ਸਕਦਾ, ਕੀ ਸਾਨੂੰ ਫਾਇਦਾ ਹੋ ਸਕਦਾ, ਇਹ ਹਮੇਸ਼ਾ ਦੇਖਿਆ ਜਾਂਦਾ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਬਿਜ਼ਨਸ ਦੇ ਵਿੱਚ ਜੇ ਕੋਈ ਆਪਾਂ ਨੂੰ ਜੋਖਿਮ ਆਉਂਦਾ ਤਾਂ ਉਹ ਕਿਸ ਤਰ੍ਹਾਂ ਦਾ ਹੁੰਦਾ, ਕਿਹੜੇ ਜੋਖਿਮ ਆ ਜਿਹੜੇ ਬਿਜ਼ਨਸ ਨੂੰ ਬਰਦਾਸ਼ਤ ਕਰਨੇ ਪੈਂਦੇ ਆ, ਜਾਣੀ ਕਿ ਲੋਸ ਆ ਜਿਹੜੇ ਉਹ ਬਰਦਾਸ਼ਤ ਕਰਨੇ ਪੈਂਦੇ ਆ। ਪਹਿਲਾਂ ਦੇਖੋ, ਬਿਜ਼ਨਸ ਰਿਸਕ ਰੈਫਰਸ ਟੂ ਦੀ ਚਾਂਸਿਸ ਆਫ ਲੋਸ ਆਫ ਅਰਨਿੰਗ। ਬਿਜ਼ਨਸ ਰਿਸਕ ਦਾ ਮਤਲਬ ਹੈਗਾ, ਜੋਖਿਮ ਦਾ ਮਤਲਬ ਹੈਗਾ ਕਿ ਕਾਰੋਬਾਰ ਦੇ ਨਾਲ ਜਿਹੜੀ ਜੁੜੀ ਕਮਾਈ ਆ ਉਹਦੇ ਖਤਮ ਹੋਣ ਦਾ ਖਤਰਾ ਜਿਹੜਾ ਉਹਨਾਂ ਨੂੰ ਹਮੇਸ਼ਾ ਬਣਿਆ ਰਹਿੰਦਾ, ਜਾਣੀ ਕਿ ਪੈਸੇ ਦੇ ਨਾਲ ਜਿਹੜੀ ਜੁੜੀ ਉਹਨਾਂ ਨੂੰ ਲੋਸ ਹਮੇਸ਼ਾ ਖਤਰਾ ਜਿਹੜਾ ਉਹ ਬਣਿਆ ਰਹਿੰਦਾ। ਕਿਹੜੇ ਖਤਰੇ ਹੋਣਗੇ? ਕੈਪੈਸਿਟੀ ਔਰ ਐਸਿਡਸ ਆਫ ਅ ਬਿਜ਼ਨਸ, ਕਿ ਜਿਹੜੇ ਉਹਨਾਂ ਦੇ ਐਸਿਡਸ ਕੰਮ ਕਰ ਰਹੇ ਆ ਜਾਂ ਕੈਪੈਸਿਟੀ ਹੈ, ਸਮਰੱਥਾ ਹੈ, ਠੀਕ ਹੈ, ਜਿਹੜੇ ਮਸ਼ੀਨਾਂ ਵਗੈਰਾ ਚੱਲ ਰਹੀਆਂ ਵੀ ਉਹਨਾਂ ਦੀ ਕਿਤੇ ਬਿਜ਼ਨਸ ਦੇ ਵਿੱਚ ਜਿਹੜੀ ਵੈਲਿਊ ਉਹ ਕਿਤੇ ਘੱਟ ਨਾ ਜਾਵੇ ਜਾਂ ਉਹ ਕੰਮ ਕਰਨਾ ਜਿਹੜਾ ਕਿ ਉਹ ਬੰਦ ਨਾ ਕਰ ਦੇਣ, ਠੀਕ ਹੈ। ਇਹ ਹਮੇਸ਼ਾ ਲੋਸ ਆ ਜਿਹੜੇ ਉਹਨਾਂ ਨੂੰ ਬਣੇ ਰਹਿੰਦੇ ਆ। ਦੇਖੋ, ਇਟ ਇਜ਼ ਐਨ ਅਨਸਰਟੇਨ ਸਿਚੁਏਸ਼ਨ ਰਿਗਾਰਡਿੰਗ ਲੋਸ। ਇਹ ਇੱਕ ਅਨਿਸ਼ਚਿਤ ਸਿਚੁਏਸ਼ਨ ਆ, ਅਨਿਸ਼ਚਿਤ ਕਹਿ ਸਕਦੇ ਹਾਂ ਕਿ ਹਾਲਤ ਆ ਜਿਹੜੀ ਆਪਾਂ ਨੂੰ ਲੋਸ ਦੇ ਲਈ ਲੈ ਕੇ ਜਾਂਦੀ ਆ। ਇਹ ਕੰਟਰੋਲ ਨਹੀਂ ਕੀਤੇ ਜਾ ਸਕਦੇ, ਹਾਂ ਥੋੜ੍ਹੇ ਬਹੁਤੇ ਘੱਟ ਕੀਤੇ ਜਾ ਸਕਦੇ ਆ ਅਲੱਗ-ਅਲੱਗ ਮੈਥਡ ਦੇ ਜ਼ਰੀਏ, ਪਰ ਇਹਨਾਂ ਨੂੰ ਇਹ ਕਿਹਾ ਜਾਵੇ ਕਿ ਇਹ ਬਿਲਕੁਲ ਖਤਮ ਹੋ ਜਾਣਗੇ ਵੀ ਕੋਈ ਰਿਸਕ ਹੀ ਨਹੀਂ ਹੋਊਗਾ ਤਾਂ ਇਹ ਗੱਲ ਆ ਜਿਹੜੀ ਉਹ ਪੋਸੀਬਲ ਨਹੀਂ ਹੋਊਗੀ। ਤਾਂ ਇਹਦੀ ਡੈਫੀਨੇਸ਼ਨ ਦੇਖੋ, ਠੀਕ ਹੈ। ਫਸਟ ਆਫ ਆਲ ਹੈਗਾ ਵੀਲਰ ਨਾਮ ਦੇ ਇੱਕ ਜਿਹੜਾ ਰਾਈਟਰ ਆ, ਠੀਕ ਹੈ, ਉਹਨੇ ਲਿਖੀ ਆ, ਉਹਨੇ ਆਪਣੀ ਸੁਜੈਸ਼ਨ ਦੇ ਵਿੱਚ ਦੱਸਿਆ ਕਿ ਰਿਸਕ ਇਜ਼ ਦੀ ਚਾਂਸਿਸ ਆਫ ਲੋਸ, ਕਿ ਜਿਹੜਾ ਜੋਖਿਮ ਆ ਉਹ ਹਾਨੀ ਦਾ ਮੌਕਾ ਹੋਏਗਾ, ਠੀਕ ਹੈ। ਇਟ ਇਜ਼ ਦੀ ਪੋਸੀਬਿਲਿਟੀ ਆਫ ਸਮ ਅਨਫੇਵਰੇਬਲ ਅਕਰੈਂਸ। ਇਹ ਕੀ ਆ? ਇੱਕ ਅਣਸੁਖਾਵੀ ਜਾਂ ਅਨਿਸ਼ਚਿਤ ਜਿਹੜੀ ਘਟਨਾ, ਜਿਹੜੀ ਮਤਲਬ ਪਤਾ ਨਹੀਂ ਕਦੋਂ ਵੀ ਹੋ ਜਾਣੀ ਆ, ਅਨਸਰਟੇਨ ਅਨਫੇਵਰੇਬਲ, ਜਿਹੜੀ ਸਾਡੇ ਹਿੱਸੇ ਦੇ ਵਿੱਚ ਜਾਂ ਸਾਡੇ ਲਈ ਵਧੀਆ ਨਹੀਂ ਹੈਗੀ, ਉਸ ਹਾਲਾਤ ਦਾ ਘਟਨਾ, ਉਸ ਦੁਰਘਟਨਾਵਾਂ ਦਾ ਹੋਣਾ ਜਾਂ ਕੋਈ ਸੰਭਾਵਨਾ ਹੋਣੀ ਵੀ ਹਾਂ ਇਹ ਚੀਜ਼ ਹੋ ਸਕਦੀ ਆ, ਉਹਨੂੰ ਆਪਾਂ ਬਿਜ਼ਨਸ ਰਿਸਕ ਬੋਲ ਦਿੰਦੇ ਹਾਂ। ਐਵਰੀ ਬਿਜ਼ਨਸ ਔਰਗਨਾਈਜੇਸ਼ਨ ਮੇਨਟੇਨ ਸਮ ਸਟਾਕ ਆਫ ਗੁਡਸ ਇਨ ਐਡਵਾਂਸ। ਹਰੇਕ ਬਿਜ਼ਨਸ ਆਪਣੇ ਕੋਲ ਕੁਛ ਜਿਹੜਾ ਮਟੀਰੀਅਲ ਆ ਉਹ ਹਮੇਸ਼ਾ ਐਡਵਾਂਸ ਦੇ ਵਿੱਚ ਹੀ ਰੱਖਦਾ। ਸਮ ਟਾਈਮ ਵੈਲਿਊ ਮੇ ਡਿਕਲਾਈਨ ਡਿਊ ਟੂ ਚੇਂਜਿਸ ਇਨ ਟੈਕਨੋਲੋਜੀ। ਅਤੇ ਕਈ ਵਾਰੀ ਕੀ ਹੋ ਜਾਂਦਾ ਕਿ ਜਿਹੜੀ ਉਹਨਾਂ ਨੇ ਮਟੀਰੀਅਲ ਲੈ ਕੇ ਆਉਂਦਾ ਹੁੰਦਾ ਅਤੇ ਉਹਦੀ ਕੀਮਤ ਘੱਟ ਜਾਂਦੀ ਆ। ਜਦੋਂ ਬਿਜ਼ਨਸਮੈਨ ਨੇ ਖਰੀਦਿਆ ਹੋਊਗਾ ਉਦੋਂ ਕੀਮਤ ਬਹੁਤ ਜ਼ਿਆਦਾ ਹੋਏਗੀ, ਪਰ ਜਦੋਂ ਉਹਨੇ ਮਟੀਰੀਅਲ ਬਣਾ ਕੇ ਵੇਚਣ ਦੀ ਗੱਲ ਹੋਏਗੀ ਤਾਂ ਹੋ ਸਕਦਾ ਕਿ ਉਦੋਂ ਉਹਦੀ ਵੈਲਿਊ ਜਿਹੜੀ ਆ ਉਹ ਘੱਟ ਜੇ। ਫੈਸ਼ਨ ਦੇ ਕਰਕੇ ਘੱਟ ਸਕਦੀ ਹੈ, ਟੇਸਟ ਦੇ ਕਰਕੇ ਘੱਟ ਸਕਦੀ ਹੈ, ਕੰਪੀਟੀਸ਼ਨ ਦੇ ਕਰਕੇ ਉਹ ਘੱਟ ਸਕਦੀ ਆ। ਤਾਂ ਉਹਦੇ ਨਾਲ ਜਿਹੜਾ ਨੁਕਸਾਨ ਆ ਉਹ ਕਾਰੋਬਾਰੀ ਨੂੰ ਹੀ ਹੁੰਦਾ। ਲਾਈਕ ਗੋਲਡ ਦੀ ਐਗਜ਼ਾਮਪਲ ਲੈ ਲੈਂਦੇ, ਬਹੁਤ ਵਧੀਆ ਐਗਜ਼ਾਮਪਲ ਰਹੇਗੀ ਇੱਥੇ, ਕਿ ਜਦੋਂ ਕਾਰੋਬਾਰੀ ਨੇ ਉਹ ਗੋਲਡ ਖਰੀਦਿਆ, ਠੀਕ ਹੈ, ਤਾਂ ਉਹਦੀ ਵੈਲਿਊ ਸੀਗੀ ਜਿਹੜੀ ਉਹ 30,000 ਸੀ, ਠੀਕ ਹੈ, ਪਰ ਗ੍ਰਾਮ ਕਹਿ ਸਕਦੇ ਹਾਂ, ਆਪਾਂ ਕਹਿ ਸਕਦੇ ਹਾਂ ਕਿ 30,000 ਉਹਦੀ ਜਿਹੜੀ ਆ ਵੈਲਿਊ ਸੀਗੀ ਗੋਲਡ ਦੀ ਗ੍ਰਾਮਸ ਦੇ ਲਈ, ਠੀਕ ਹੈ, 1 ਗ੍ਰਾਮ ਦੇ ਲਈ, ਜਸਟ ਐਸਟੀਮੇਟ ਲਗਾ ਰਹੀ ਹਾਂ 1 ਗ੍ਰਾਮ ਦੇ ਲਈ। ਪਰ ਜਦੋਂ ਉਹਨੇ ਵੈਲਿਊ ਨੂੰ ਗੋਲਡ ਨੂੰ ਪਰਚੇਜ਼ ਕੀਤਾ ਉਦੋਂ ਵੈਲਿਊ ਇੰਨੀ ਸੀ, ਪਰ ਜਦੋਂ ਉਹਨੇ ਉਹ ਤੋਂ ਗਹਿਣੇ ਬਣਾਏ, ਮਟੀਰੀਅਲ ਬਣਾਇਆ, ਉਹਨੂੰ ਪ੍ਰੋਸੈਸ ਦੇ ਵਿੱਚ ਲਿਆਂਦਾ ਤਾਂ ਵੈਲਿਊ ਹੈ ਜਿਹੜੀ ਉਹ ਗੋਲਡ ਦੀ ਕਿੰਨੀ ਹੋ ਗਈ? 15 ਹੋ ਗਈ, ਜਾਣੀ ਕਿ ਹਾਫ ਰੇਟ ਉਹਦਾ ਡਿਕਲਾਈਨ ਹੋ ਗਿਆ, ਘੱਟ ਗਿਆ। ਤਾਂ ਹੁਣ ਜਿਹੜੀ ਵੈਲਿਊ ਹੈ ਜਿਹੜੀ ਗੋਲਡ ਦੀ ਉਹ ਤਾਂ ਇਸੇ ਰੇਟ 'ਤੇ ਵੇਚੀ ਜਾਊਗੀ, ਜਿਹੜਾ ਮਟੀਰੀਅਲ ਉਹਨੇ ਬਣਾਇਆ ਉਹ ਇਸੇ ਰੇਟ 'ਤੇ ਵੇਚਿਆ ਜਾਊਗਾ। ਜੇ ਉਹ ਵੱਧ ਵੇਚਣ ਦੀ ਕੋਸ਼ਿਸ਼ ਵੀ ਕਰੂਗਾ ਤਾਂ ਕੋਈ ਲਏਗਾ ਹੀ ਨਹੀਂ, ਕਿਉਂਕਿ ਉਹਦੇ ਹੋਰ ਜ਼ਿਆਦਾ ਸਸਤੇ ਪ੍ਰਾਈਸ ਉਹਨਾਂ ਨੂੰ ਮਿਲ ਜਾਣਗੇ। ਤਾਂ ਉਹਦੇ ਕਰਕੇ ਫਿਰ ਬਿਜ਼ਨਸਮੈਨ ਨੂੰ ਆਪਣਾ ਮਟੀਰੀਅਲ ਜੋ ਇੰਨੇ 'ਚ ਖਰੀਦਿਆ ਸੀ ਉਹਨੂੰ ਇਸ ਵੈਲਿਊ ਦੇ ਵਿੱਚ ਹੀ ਵੇਚਣਾ ਪੈਂਦਾ, ਜਿਹਦੇ ਕਰਕੇ ਉਹਨਾਂ ਨੂੰ ਲੋਸ ਆ ਜਿਹੜਾ ਉਹ ਹੋ ਜਾਂਦਾ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਲਿਖਿਆ ਹੋਇਆ ਅੱਗੇ, ਬਲੈਕ ਐਂਡ ਵਾਈਟ TV ਐਂਡ ਕਲਰ TV।
ਬਲੈਕ ਐਂਡ ਵਾਈਟ ਟੀ ਵੀ ਜੋ ਸਭ ਤੋਂ ਪਹਿਲਾਂ ਸਟਾਰਟ ਹੋ ਰਹੇ ਸੀਗੇ, ਸਭ ਤੋਂ ਪਹਿਲਾਂ ਚੱਲਦੇ ਸੀਗੇ, ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਖਰੀਦੇ ਜਾਂਦੇ ਸੀ। ਪਰ ਜਦੋਂ ਅਚਾਨਕ ਕਲਰ ਟੀ ਵੀ ਆ ਗਏ ਤਾਂ ਬਲੈਕ ਐਂਡ ਵਾਈਟ ਟੀ ਵੀ ਨੂੰ ਲੋਕਾਂ ਨੇ ਖਰੀਦਣਾ ਬੰਦ ਕੀਤਾ। ਇਹਦੀ ਮਾਰਕੀਟ ਬੰਦ ਹੋ ਗਈ, ਪਰ ਇਹਦੀ ਜਿਹੜੀ ਮਾਰਕੀਟ ਆ ਉਹ ਜ਼ਿਆਦਾ ਹੋ ਗਈ, ਜਾਣੀ ਕਿ ਇਹਦੀ ਸੇਲ ਆ ਜਿਹੜੀ ਜ਼ਿਆਦਾ ਹੋ ਗਈ। ਇਹਦੇ ਆਉਣ ਦੇ ਨਾਲ ਇਹਨੂੰ ਨੁਕਸਾਨ ਹੋਇਆ, ਤਾਂ ਇਹ ਚੀਜ਼ ਵੀ ਇੱਕ ਤਰ੍ਹਾਂ ਦੀ ਬਿਜ਼ਨਸ ਰਿਸਕ ਨੂੰ ਹੀ ਕ੍ਰੀਏਟ ਕਰ ਰਹੀ ਆ। ਦੇਖੋ ਜਿਹੜਾ ਬਿਜ਼ਨਸ ਰਿਸਕ ਆ ਜਾਂ ਬਿਜ਼ਨਸ ਦੇ ਵਿੱਚ ਕੋਈ ਵੀ ਜਿਹੜੀ ਲੋਸ ਦੇ ਚਾਂਸਿਸ ਆ, ਉਹ ਕਈ ਸਾਰੇ ਕਾਰਨਾਂ ਕਰਕੇ ਆਉਂਦੀ ਆ। ਉਹ ਆਪਾਂ ਗੱਲ ਕਰਦੇ ਇੱਥੇ ਨੇਚਰ ਔਰ ਕਰੈਕਟਰਸ ਦੇ ਵਿੱਚ। ਫਸਟ ਆਫ ਆਲ ਦੇਖੋ ਅਨਸਰਟੇਨਟੀ ਦਾ ਮਤਲਬ ਹੁੰਦਾ ਅਨਿਸ਼ਚਿਤਤਾ, ਵੀ ਜਿਹਦਾ ਕਿਸੇ ਨੂੰ ਕੋਈ ਆਈਡੀਆ ਨਾ ਹੋਵੇ, ਕਿਸੇ ਨੂੰ ਪਤਾ ਨਾ ਹੋਵੇ, ਅਚਾਨਕ ਕੋਈ ਚੀਜ਼ ਹੈ ਜਿਹੜੀ ਉਹ ਹੋ ਜਾਣੀ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਐਕਸੀਡੈਂਟ ਦਾ ਹੋ ਜਾਣਾ, ਜੋ ਕਿਸੇ ਨੂੰ ਪਹਿਲਾਂ ਨਹੀਂ ਪਤਾ ਹੁੰਦਾ, ਠੀਕ ਹੈ। ਅਚਾਨਕ ਅੱਗ ਲੱਗ ਜਾਣੀ, ਉਹਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਬਿਨਾਂ ਕਿਸੇ ਰੀਜ਼ਨ ਤੋਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਨਿਸ਼ਚਿਤਤਾ ਨੂੰ ਦੱਸ ਰਹੀਆਂ। ਜਿਵੇਂ ਅਨਸਰਟੇਨਟੀ ਇਜ਼ ਐਨ ਇਨਸੈਪਰੇਬਲ ਪਾਰਟ ਆਫ ਬਿਜ਼ਨਸ ਰਿਸਕ। ਜਿਹੜੀ ਅਨਸਰਟੇਨਿਟੀ ਉਹ ਬਿਜ਼ਨਸ ਦਾ ਇੱਕ ਅਨਿੱਖੜ ਵਾਂਗ, ਜਾਣੀ ਕਿ ਜਿਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਅਨਿਸ਼ਚਿਤਤਾ ਉਹ ਇੱਕ ਕਹਿ ਦਈਏ ਕਿ ਇੱਕ ਹਿੱਸਾ ਹੋਏਗੀ ਬਿਜ਼ਨਸ ਰਿਸਕ ਦਾ। ਦਿਸ ਮੇ ਬੀ ਡਿਊ ਟੂ ਐਨ ਐਕਟ ਆਫ ਗੋਡ। ਪਰਮਾਤਮਾ ਦੇ ਕਰਕੇ ਵੀ ਹੋ ਸਕਦਾ, ਠੀਕ ਹੈ। ਇਨਸਾਨਾਂ ਦੇ ਕਰਕੇ ਵੀ ਹੋ ਸਕਦਾ। ਪਰਮਾਤਮਾ ਦੇ ਕਰਕੇ ਕਿਵੇਂ ਹੋ ਸਕਦਾ ਕਿ ਹਨੇਰੀ ਤੂਫਾਨ ਦਾ ਆ ਜਾਣਾ, ਠੀਕ ਹੈ, ਕੋਈ ਮਹਾਂਮਾਰੀ ਆ ਜਾਣੀ, ਕੋਈ ਬਿਮਾਰੀ ਆ ਜਾਣੀ, ਜਿਵੇਂ ਅੱਜ ਦੇ ਟਾਈਮ ਦੇ ਵਿੱਚ ਇਹ ਬਿਮਾਰੀ ਕਾਫੀ ਚੱਲ ਰਹੀ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਚਾਨਕ ਹੋ ਜਾਂਦੀਆਂ, ਜਿਹਦੇ ਨਾਲ ਲੋਸ ਆ ਜਿਹੜਾ ਕਾਫੀ ਹੋ ਜਾਂਦਾ। ਇਹਨਾਂ ਪੁਆਇੰਟਸ ਨੂੰ, ਬਿਜ਼ਨਸ ਰਿਸਕ ਨੂੰ ਤੁਸੀਂ ਬਹੁਤ ਹੀ ਸਿੰਪਲ ਵੇ ਆ ਕਿ ਤੁਸੀਂ ਅੱਜ ਦੀ ਸਿਚੁਏਸ਼ਨ ਨਾਲ ਜੋੜ ਕੇ ਲੈ ਸਕਦੇ ਹੋ। ਹੁਣ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਕਰੋਨਾ ਵਾਇਰਸ ਚੱਲ ਰਿਹਾ, ਬਿਜ਼ਨਸ ਬੰਦ ਪਏ ਆ, ਤਾਂ ਉਹਨਾਂ ਨੂੰ ਕਿੰਨਾ ਲੋਸ ਹੋਇਆ ਹੋਊਗਾ, ਮਟੀਰੀਅਲ ਖ਼ਰਾਬ ਹੋ ਗਿਆ ਹੋਏਗਾ ਜਿਹੜਾ ਉਹਨਾਂ ਨੇ ਸਟਾਕ ਦੇ ਵਿੱਚ ਰੱਖਿਆ ਹੋਏਗਾ, ਠੀਕ ਹੈ। ਹੁਣ ਇਹ ਸਾਰੀਆਂ ਚੀਜ਼ਾਂ ਬਿਜ਼ਨਸ ਰਿਸਕ ਨੂੰ ਹੀ ਦੱਸ ਰਹੀਆਂ ਵੀ ਮਟੀਰੀਅਲ ਜਿਹੜਾ ਉਹ ਨਾ ਸੇਲ ਹੋਵੇ ਔਰ ਉਹ ਖ਼ਰਾਬ ਹੋ ਜੇ, ਉਹਦੇ ਨਾਲ ਨੁਕਸਾਨ ਕਿਵੇਂ ਹੋ ਰਿਹਾ। ਦੇਖੋ ਹਿਊਮਨ ਜਿਹੜੇ ਇਹ ਤਾਂ ਹੋਣਗੇ, ਮੈਂ ਅਲੱਗ-ਅਲੱਗ ਕਾਜ਼ਿਜ਼ ਲਿਖੇ ਆ ਕਿ ਕੁਦਰਤ ਦੇ ਕਰਕੇ ਕਿਹੜੇ ਆ, ਇਨਸਾਨਾਂ ਦੇ ਕਰਕੇ ਕਿਹੜੇ ਆ, ਔਰ ਗਵਰਨਮੈਂਟ ਦੇ ਕਰਕੇ ਕਿਹੜੇ ਆ। ਹਿਊਮਨ ਦੇ ਕਰਕੇ ਹੋਏਗਾ ਸਟਰਾਈਕ, ਠੀਕ ਹੈ, ਵਰਕਰਾਂ ਦਾ ਧਰਨੇ 'ਤੇ ਚਲੇ ਜਾਣਾ, ਲੌਕਆਊਟ, ਜਿਵੇਂ ਹੁਣ ਲੋਕਡਾਊਨ ਆ, ਠੀਕ ਹੈ, ਇਹ ਇਨਸਾਨਾਂ ਦੇ ਕਰਕੇ ਹੋਇਆ। ਗਵਰਨਮੈਂਟ ਨੇ ਨਹੀਂ ਕੀਤਾ ਇਹ, ਗਵਰਨਮੈਂਟ ਨੇ ਕੀਤਾ, ਕੁਦਰਤ ਨੇ ਕਹਿ ਸਕਦੇ ਹਾਂ ਕਿ ਨਹੀਂ ਅਨਾਊਂਸ ਕੀਤਾ, ਗਵਰਨਮੈਂਟ ਪੋਲਿਸੀਜ਼ ਦੇ ਜ਼ਰੀਏ ਅਨਾਊਂਸ ਹੋਇਆ। ਐਕਸੀਡੈਂਟਸ, ਠੀਕ ਹੈ, ਅਚਾਨਕ ਐਕਸੀਡੈਂਟ ਹੋ ਜਾਣਾ ਵਹੀਕਲ ਦੇ ਸਪੀਡ ਜ਼ਿਆਦਾ ਕਰਨ ਦੇ ਨਾਲ, ਠੀਕ ਹੈ, ਚੋਰੀ ਦਾ ਹੋ ਜਾਣਾ, ਕੁਛ ਅਨਸਰਟੇਨਟੀਜ਼ ਆ ਜਿਹੜੀਆਂ ਉਹ ਹਿਊਮਨ ਦੇ ਕਰਕੇ ਹੋ ਜਾਣੀਆਂ, ਉਹਨੂੰ ਹਿਊਮਨ ਕਾਜ਼ਿਜ਼ ਕਹਿ ਦਿੰਦੇ ਆ। ਨੈਕਸਟ ਹੈ ਨੈਚੁਰਲ ਰਿਸਕ ਹੋ ਜਾਣਗੇ, ਜਿਵੇਂ ਕਹਿ ਸਕਦੇ ਹਾਂ ਕਿ ਫਲੱਡ ਆ ਜਾਣੇ, ਭੂਚਾਲ ਆ ਜਾਣੇ, ਅਰਥਕੁਇਕ, ਸਾਈਕਲੋਨ ਆ ਜਾਣਾ, ਠੀਕ ਹੈ। ਕੋਈ ਫੈਮਾਈਨ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਢਿੱਗਾਂ ਜਿਹੜੀਆਂ ਮਿੱਟੀ ਦੀਆਂ ਡਿੱਗਣ ਲੱਗ ਜਾਣੀਆਂ, ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ, ਜਾਂ ਧਰਤੀ ਦਾ ਨੀਚੇ ਨੂੰ ਹੋ ਜਾਣਾ, ਦਬ ਜਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਿਜ਼ਨਸ ਰਿਸਕ ਨੂੰ ਇਨਵੋਲਵ ਕਰ ਰਹੀਆਂ। ਨੈਕਸਟ ਹੈ ਗਵਰਨਮੈਂਟ ਦੇ ਵਿੱਚ ਹੋਏਗਾ ਕਿ ਚੇਂਜ ਕਰਦੇ ਨੇ ਪ੍ਰਾਈਜ਼ ਲੈਵਲ, ਜਿਵੇਂ ਆਪਾਂ ਹੁਣੇ ਗੋਲਡ ਦੀ ਗੱਲ ਕੀਤੀ ਹੈ, ਠੀਕ ਹੈ। ਮਾਰਕੀਟ ਦੇ ਵਿੱਚ ਕੋਈ ਬਦਲਾਵ ਆ ਜਾਣਾ, ਫੈਸ਼ਨ ਦੇ ਵਿੱਚ ਮਾਰਕੀਟ ਫੋਰਸਿਸ ਚੇਂਜ ਹੋ ਜਾਣੀਆਂ, ਫੈਸ਼ਨ ਚੇਂਜ ਹੋ ਜਾਣੀ, ਕੋਈ ਟੈਕਸ ਲੱਗ ਜਾਣਾ, ਇਹ ਸਾਰੇ ਗਵਰਨਮੈਂਟ ਰਿਸਕ ਹੋਣਗੇ। ਨੈਕਸਟ ਨੇ ਨੇਚਰ ਆਫ ਬਿਜ਼ਨਸ। ਹੁਣ ਬਿਜ਼ਨਸ ਦਾ ਜਿਹੜਾ ਨੇਚਰ ਆ ਉਹ ਵੀ ਰਿਸਕ ਨੂੰ ਦਰਸਾ ਰਿਹਾ। ਕਈ ਵਾਰੀ ਬਿਜ਼ਨਸ ਦਾ ਇੱਕ ਪ੍ਰਕਿਰਤੀ ਹੀ ਇੱਦਾਂ ਦੀ ਹੁੰਦੀ ਹੈ, ਇੱਕ ਨੇਚਰ ਹੀ ਇੱਦਾਂ ਦਾ ਹੁੰਦਾ ਕਿ ਉਹਦੇ ਵਿੱਚ ਲੋਸ ਹੋਣ ਦੇ ਚਾਂਸਿਸ ਆ ਜਿਹੜੇ ਉਹ ਵੱਧ ਹੁੰਦੇ ਆ ਜਾਂ ਘੱਟ ਹੁੰਦੇ ਆ। ਫਸਟ ਆਫ ਆਲ ਦੇਖੋ, ਦ ਅਮਾਊਂਟ ਆਫ ਰਿਸਕ ਆਲਸੋ ਡਿਪੈਂਡ ਅਪੋਨ ਦੀ ਟਾਈਪ ਆਫ ਗੁਡਸ। ਹੁਣ ਜਿਹੜੇ ਕਿਸਮ ਦੀ ਮਟੀਰੀਅਲ ਹੋਏਗਾ ਉਸ ਕਿਸਮ ਦਾ ਹੀ ਨੁਕਸਾਨ ਹੋਏਗਾ। ਜਿਵੇਂ ਇਨ ਵਿਚ ਬਿਜ਼ਨਸ ਡੀਲ ਮਿਨੀਮਮ ਰਿਸਕ ਇਜ਼ ਇਨਵੋਲਵ ਇਨ ਫਿਕਸਡ ਐਂਡ ਕੌਨਸਟੈਂਟ ਡਿਮਾਂਡ। ਕੁਛ ਜਿਹੜੇ ਮਟੀਰੀਅਲ ਇੱਦਾਂ ਦੇ ਹੁੰਦੇ ਆ ਕਿ ਜਿਹਦੇ ਵਿੱਚ ਰਿਸਕ ਆ ਜਿਹੜਾ ਹੁੰਦਾ ਜ਼ਰੂਰ ਆ, ਪਰ ਜ਼ਿਆਦਾ ਨਹੀਂ ਹੁੰਦਾ, ਨੋਰਮਲ ਹੁੰਦਾ, ਕਿਉਂਕਿ ਲੋਕ ਉਹਨਾਂ ਨੂੰ ਹਮੇਸ਼ਾ ਖਰੀਦਦੇ ਰਹਿੰਦੇ ਆ, ਉਹਨਾਂ ਦੀ ਖਰੀਦਦਾਰੀ ਉਹ ਬੰਦ ਨਹੀਂ ਕਰਦੇ। ਉਸ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਲੋਸ ਆ ਜਿਹੜਾ ਉਹ ਘੱਟ ਤੋਂ ਘੱਟ ਹੁੰਦਾ, ਨੁਕਸਾਨ ਘੱਟ ਹੁੰਦਾ। ਉਹ ਹੋਣਗੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਰਾਈਸ, ਠੀਕ ਹੈ, ਚਾਵਲ, ਸਾਲਟ ਯਾਨੀ ਕਿ ਨਮਕ, ਆਟਾ ਯਾਨੀ ਕਿ ਫਲੋਰ। ਵੀ ਇਹ ਜਿਹੜਾ ਮਟੀਰੀਅਲ ਆ ਜਨਤਾ ਨੋਰਮਲੀ ਖਰੀਦਦੀ ਹੈ, ਚਾਹੇ ਜਿੰਨਾ ਮਰਜ਼ੀ ਰੇਟ ਅਪ ਔਰ ਡਾਊਨ ਹੁੰਦਾ ਰਹੇ, ਮਟੀਰੀਅਲ ਆ ਜਿਹੜਾ ਉਹ ਹਮੇਸ਼ਾ ਸੇਲ ਹੁੰਦਾ ਰਹਿੰਦਾ। ਸੋ ਜੇ ਬਿਜ਼ਨਸ ਇਹਨਾਂ ਚੀਜ਼ਾਂ ਦੇ ਨਾਲ ਜੁੜਿਆ ਤਾਂ ਉਹਨਾਂ ਨੂੰ ਨੁਕਸਾਨ ਨਹੀਂ ਹੋਏਗਾ। ਪਰ ਜੇ ਬਿਜ਼ਨਸ ਫੈਸ਼ਨ ਦੇ ਨਾਲ ਜੁੜਿਆ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਇਹ ਵਾਲਾ ਟਰੈਂਡ ਚੱਲ ਰਿਹਾ ਅਤੇ ਉਹ ਟਰੈਂਡ ਦੇ ਅਕੋਰਡਿੰਗ ਮਟੀਰੀਅਲ ਲੈ ਕੇ ਰੱਖ ਲੈਣ, ਠੀਕ ਹੈ। ਜਿਵੇਂ ਗੋਲਡ ਦਾ ਕਹਿ ਦਈਏ ਜਾਂ ਕੋਈ ਸ਼ੂਜ਼ ਦਾ ਕਹਿ ਦਈਏ, ਠੀਕ ਹੈ, ਜੈਕਟਸ ਦਾ ਕਹਿ ਦਈਏ, ਜਾਂ ਕਿਸੇ ਵਾਚ ਜਿਹੜੀਆਂ ਉਹ ਕਾਫੀ ਐਕਸਪੈਂਸਿਵ ਜਾਂ
ਬ੍ਰੈਂਡਡ ਜਾਂ ਕੁਛ ਡਿਜ਼ਾਈਨਰ ਵਾਚ ਹੁੰਦੀਆਂ, ਉਹਦੇ ਲਈ ਕੁਛ ਚੱਲ ਰਿਹਾ ਹੋਵੇ ਫੈਸ਼ਨ, ਤਾਂ ਜੇ ਉਹ ਚੇਂਜ ਹੋ ਜਾਂਦਾ ਤਾਂ ਜਿਨ੍ਹਾਂ ਨੇ ਉਹ ਬਣਾਇਆ ਹੋਏਗਾ, ਬਣਿਆ ਬਣਾਇਆ ਮਟੀਰੀਅਲ ਆ, ਉਹ ਖ਼ਰਾਬ ਹੋ ਸਕਦਾ, ਜਾਂ ਕਹਿ ਦਈਏ ਕਿ ਉਹਦੀ ਸੇਲ ਨਹੀਂ ਹੋਏਗੀ। ਉਹਦੇ ਨਾਲ ਰਿਸਕ ਆ ਜਿਹੜੇ ਫਿਰ ਉਹ ਫੈਸ਼ਨੇਬਲ ਰਿਸਕ ਮੰਨੇ ਜਾਣਗੇ, ਔਰ ਉਹਦੇ ਵਿੱਚ ਨੁਕਸਾਨ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ। ਨੈਕਸਟ ਹੈ ਅਨਅਵੋਇਡੇਬਲ। ਅਨਅਵੋਇਡੇਬਲ ਜਿਨ੍ਹਾਂ ਤੋਂ ਬਚਿਆ ਜਾ ਹੀ ਨਹੀਂ ਸਕਦਾ, ਉਹ ਹੋਣਗੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ ਵਿੱਚ ਬਿਜ਼ਨਸ ਨੂੰ ਬਿਲਕੁਲ ਹੀ ਨਹੀਂ ਕਹਿ ਸਕਦੇ ਬੰਦ ਕੀਤਾ ਜਾ ਸਕਦਾ, ਜਾਂ ਬਿਜ਼ਨਸ ਦੇ ਵਿੱਚ ਕੋਈ ਵੀ ਜਿਹੜੀ ਕਵਰਿੰਗ ਆ ਉਹ ਨਹੀਂ ਕੀਤੀ ਜਾ ਸਕਦੀ, ਜਿਵੇਂ ਅੱਗ ਲੱਗ ਜਾਣਾ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਮਟੀਰੀਅਲ ਸੜ ਜਾਣਾ। ਇਹ ਸਾਰੀਆਂ ਚੀਜ਼ਾਂ ਅਨਅਵੋਇਡੇਬਲ ਹੈ, ਜਿਹੜੀਆਂ ਨਹੀਂ ਖ਼ਤਮ ਕੀਤੀਆਂ ਜਾ ਸਕਦੀਆਂ। ਹਾਂ, ਇਹਨਾਂ ਨੂੰ ਮਿਨੀਮਾਈਜ਼ ਕੀਤਾ ਜਾ ਸਕਦਾ ਇੰਸ਼ੋਰੈਂਸ ਦੇ ਜ਼ਰੀਏ। ਨੈਕਸਟ ਹੈ ਸਾਈਜ਼ ਆਫ ਬਿਜ਼ਨਸ। ਸਾਈਜ਼ ਆਫ ਬਿਜ਼ਨਸ ਦਾ ਮਤਲਬ ਹੋਏਗਾ ਕਿ ਜਿੱਡਾ ਵੱਡਾ ਬਿਜ਼ਨਸ ਦਾ ਸਾਈਜ਼ ਆ ਉਨਾ ਹੀ ਰਿਸਕ ਹੋਏਗਾ। ਸਾਈਜ਼ ਦਾ ਮਤਲਬ ਹੋਏਗਾ ਆਕਾਰ, ਠੀਕ ਹੈ। ਜੇ ਬਿਜ਼ਨਸ ਆਪਣਾ ਬਹੁਤ ਜ਼ਿਆਦਾ ਵੱਡਾ ਹੈ ਤਾਂ ਆਪਾਂ ਨੂੰ ਰਿਸਕ ਬਹੁਤ ਹੋਏਗਾ, ਪਰ ਜੇ ਬਿਜ਼ਨਸ ਹੀ ਬਹੁਤ ਛੋਟਾ ਹੈ, ਵੀ ਜ਼ਿਆਦਾ ਪੈਸੇ ਨਹੀਂ ਲਗਾਏ, ਤਾਂ ਉਹਦੇ ਵਿੱਚ ਨੁਕਸਾਨ ਵੀ ਘੱਟ ਹੋਏਗਾ। ਨੈਕਸਟ ਹੈ ਪ੍ਰੋਫਿਟ ਐਜ਼ ਅ ਰਿਵਾਰਡ। ਹਮੇਸ਼ਾ ਬਿਜ਼ਨਸ ਦੇ ਵਿੱਚ ਜਦੋਂ ਆਪਾਂ ਕੋਈ ਵੀ ਪੈਸਾ ਲਗਾਉਂਦੇ ਹਾਂ, ਆਪਾਂ ਰਿਸਕ ਲੈਂਦੇ ਹਾਂ, ਖਤਰਾ ਜਿਹੜਾ ਉਠਾਉਂਦੇ ਹਾਂ, ਪਰ ਜੇ ਉਹ ਖਤਰੇ ਤੋਂ ਆਪਾਂ ਨੂੰ ਜਿਵੇਂ ਕਹਿ ਦਈਏ ਇਨਾਮ ਮਿਲਦਾ, ਉਹ ਇਨਾਮ ਕੀ ਹੋਏਗਾ? ਉਹ ਹੋਏਗਾ ਪ੍ਰੋਫਿਟ, ਠੀਕ ਹੈ। ਆਪਾਂ ਨੂੰ ਜੋਖਿਮ ਦਾ ਇਨਾਮ ਆ ਜਿਹੜਾ ਉਹ ਲਾਭ ਦੇ ਵਜੋਂ ਮਿਲੇਗਾ। ਦੇਖੋ, ਪ੍ਰੋਫਿਟ ਇਜ਼ ਅ ਰਿਵਾਰਡ ਫॉर ਰਿਸਕ ਅੰਡਰਟੇਕਨ ਬਾਏ ਬਿਜ਼ਨਸ। ਹਮੇਸ਼ਾ ਇੱਕ ਰਿਵਾਰਡ ਦੀ ਤਰ੍ਹਾਂ ਮਿਲਦਾ। ਜੇ ਬਿਜ਼ਨਸਮੈਨ ਰਿਸਕ ਜਿੰਨਾ ਜ਼ਿਆਦਾ ਹਾਈ ਰਿਸਕ ਲਊਗਾ, ਉਨਾ ਜ਼ਿਆਦਾ ਉਹਨੂੰ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਹੈ। ਜੇ ਬਿਜ਼ਨਸਮੈਨ ਡੀਲ ਕਰ ਲੈਂਦਾ ਕਿ ਮੈਂ ਇੰਨਾ ਮਟੀਰੀਅਲ ਇੰਨੇ ਟਾਈਮ ਦੇ ਵਿੱਚ ਖਰੀਦ ਕੇ ਰੱਖੂੰਗਾ, ਔਰ ਇੰਨੇ ਟਾਈਮ ਤੱਕ ਇਹਨੂੰ ਮਾਰਕੀਟ ਦੇ ਵਿੱਚ ਸੇਲ ਕਰਕੇ ਲੈ ਜਾਊਂਗਾ, ਹੋ ਸਕਦਾ ਕਿ ਉਹਨੂੰ ਖਤਰਾ ਜ਼ਰੂਰ ਰਵੇ ਕਿ ਆ ਬੰਦ ਹੋ ਸਕਦਾ ਮਟੀਰੀਅਲ, ਗਵਰਨਮੈਂਟ ਪੋਲਿਸੀਜ਼ ਚੇਂਜ ਹੋ ਸਕਦੀਆਂ, ਹਮੇਸ਼ਾ ਇਹ ਬਣੇ ਰਹਿਣਗੇ, ਪਰ ਉਹ ਫਿਰ ਵੀ ਮਟੀਰੀਅਲ ਬਣਾਉਂਦਾ। ਔਰ ਅਗਰ ਉਹਦਾ ਮਟੀਰੀਅਲ ਆ ਉਹ ਬਹੁਤ ਵੱਡੀ ਮਾਤਰਾ ਵਿੱਚ ਸੇਲ ਹੋ ਜਾਂਦਾ, ਤਾਂ ਉਹਨੂੰ ਪ੍ਰੋਫਿਟ ਆ ਜਿਹੜਾ ਬਹੁਤ ਜ਼ਿਆਦਾ ਹੋਏਗਾ। ਨੈਕਸਟ ਹੈ ਜਨਰਲ ਬਿਜ਼ਨਸ ਇਨਵਾਇਰਮੈਂਟ। ਅਗਰ ਬਿਜ਼ਨਸ ਦਾ ਇਨਵਾਇਰਮੈਂਟ ਬਹੁਤ ਹੀ ਸ਼ਾਂਤਮਈ ਆ, ਪੀਸਫੁਲ ਆ, ਸਾਰੇ ਵਰਕਰ ਖੁਸ਼ ਆ, ਸਾਰੇ ਵਧੀਆ ਕੰਮ ਕਰ ਰਹੇ ਆ, ਤਾਂ ਉਹਦੇ ਨਾਲ ਜਿਹੜਾ ਰਿਸਕ ਆ ਜਿਹੜਾ ਉਹ ਘੱਟ ਜਾਏਗਾ, ਕਿਉਂਕਿ ਉਹਦੇ ਨਾਲ ਵਰਕਰ ਕੰਮ ਛੱਡ ਕੇ ਜਾਣਗੇ ਨਹੀਂ। ਸਟਰਾਈਕ ਵਗੈਰਾ ਦੀ ਜਿਹੜੀ ਪ੍ਰੋਬਲਮ ਆ ਉਹ ਹਮੇਸ਼ਾ ਦੂਰ ਹੀ ਰਹੇਗੀ। ਸਟਰਾਈਕ ਦਾ ਮਤਲਬ ਹੁੰਦਾ ਜਦੋਂ ਜਿਹੜੇ ਕਰਮਚਾਰੀ ਆ ਉਹ ਖੁਸ਼ ਨਾ ਹੋਣ ਔਰ ਉਹ ਕੰਮ ਬੰਦ ਕਰਕੇ ਰੁਕ ਜਾਣ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ ਨਹੀਂ ਜੇ ਬਿਜ਼ਨਸ ਇਨਵਾਇਰਮੈਂਟ ਪੀਸਫੁਲ ਆ, ਵਧੀਆ ਹੈ। ਕੰਪੀਟੀਸ਼ਨ ਦੇ ਵਿੱਚ ਆਏਗਾ ਕਿ ਜਿਹੜੇ ਪਰਸਨ ਕੰਪੀਟੀਸ਼ਨ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਰਹਿੰਦੇ ਆ, ਕਿਉਂਕਿ ਉਹ ਆਪਣੇ ਨਾਲ ਦੇ ਕੰਪੀਟੀਟਰ ਦੇ ਨਾਲ ਕੰਪੀਟ ਕਰਦੇ ਆ, ਉਹਨਾਂ ਨੂੰ ਹਰਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਨਾਲ ਉਹ ਹਮੇਸ਼ਾ ਐਨਰਜੀ ਦੇ ਨਾਲ ਕੰਮ ਕਰਦੇ ਆ, ਔਰ ਉਹਦੇ ਕਰਕੇ ਬਿਜ਼ਨਸ ਰਿਸਕ ਆ ਜਿਹੜੇ ਉਹ ਹਮੇਸ਼ਾ ਘੱਟ ਜਾਂਦੇ ਆ। ਸੋ ਇਹ ਸੀ ਅੱਜ ਦੇ ਪੁਆਇੰਟ, ਔਰ ਉਮੀਦ ਹੈ ਕਿ ਤੁਸੀਂ ਧਿਆਨ ਨਾਲ ਸੁਣੇ ਹੋਣਗੇ। ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਮੈਂ ਦੱਸਿਆ ਤੁਹਾਨੂੰ, ਸੋ ਕੋਸ਼ਿਸ਼ ਕਰਿਓ ਕਿ ਸਮਝੋ, ਔਰ ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਪੁੱਛ ਸਕਦੇ ਹੋ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ।